ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਭਗਤਾਂ ਨੇ ਗੁਰਮੁਖ ਪਿਆਰਿਆਂ ਨੇ ਸੱਚੇ ਪਾਤਸ਼ਾਹ ਦਾ ਪ੍ਰਚਾਰ ਕੀਤਾ, ਸੱਚੇ ਪਾਤਸ਼ਾਹ ਦਾ ਭੇਤ ਦਿੱਤਾ, ਤਾਂ ਸੰਸਾਰ ਨੇ ਜਿਹੜੀ ਪਹਿਲੀ ਗੱਲ ਪੁੱਛੀ, ਵਿਚਾਰ ਪੁੱਛੀ ਕਿ ਉਸ ਨਿਰੰਕਾਰ ਪ੍ਰਕਾਸ਼ ਸਰੂਪ ਪਰਮਾਤਮਾ ਦਾ ਸਰੂਪ ਕਿਵੇਂ ਦਾ, ਉਹਨਾਂ ਦਾ ਨਿੱਜ ਸਰੂਪ ਕਿਵੇਂ ਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨੇ, ਉਹਨਾਂ ਦਾ ਜਿਹੜਾ ਨਿੱਜ ਸਰੂਪ ਹੈ ਉਹ ਦੋ ਤਰੀਕਿਆਂ ਦਾ। ਇੱਕ ਤਾਂ ਉਹਨਾਂ ਦਾ ਆਕਾਰ ਸਰੂਪ ਹੈ ਜੋ ਉਹਨਾਂ ਨੇ ਮਾਇਆ ਦੇ ਦੇਸ਼ ਦੇ ਵਿੱਚ ਪੈਦਾ ਕੀਤਾ, ਪਰ ਜਿਹਦੇ ਆਸਰੇ ਮਾਇਆ ਚੱਲਦੀ ਏ, ਜੋ ਉਹਨਾਂ ਦਾ ਅਸਲ ਸਰੂਪ ਹੈ ਉਹ ਪ੍ਰਕਾਸ਼ ਰੂਪ ਏ, ਤੇ ਉਹ ਮਾਇਆ ਦੇ ਦੇਸ਼ ਦੇ ਵਿੱਚ ਨਹੀਂ ਹੈਗਾ। ਕਿਉਂਕਿ ਪਹਿਲੋਂ ਜਿੰਨੀ ਭਗਤੀ ਕੀਤੀ ਗੁਰਮੁਖਾਂ ਨੇ, ਜਪ ਕਰਕੇ ਕੀਤੀ, ਤਪ ਕਰਕੇ ਕੀਤੀ, ਜਾਂ ਫਿਰ ਆਕਾਰਾਂ ਨੂੰ ਪੂਜ ਕੇ, ਫੋਟੋਆਂ ਨੂੰ ਪੂਜ ਕੇ ਕੀਤੀ, ਜਿਹਨੂੰ ਕਾਲ ਦੀ ਭਗਤੀ ਵੀ ਕਿਹਾ ਗਿਆ। ਤੇ ਚਾਰ ਯੁਗਾਂ ਦੇ ਵਿੱਚ ਬਹੁਤੀ ਇਹੀ ਭਗਤੀ ਹੋਈ ਆ। ਜਦੋਂ ਵਿਰਲੇ ਗੁਰਮੁਖਾਂ ਨੇ ਬੁੱਝਿਆ, ਉਹਨਾਂ ਨੂੰ ਪੁੱਛਿਆ ਕਿ ਇਹਦੇ ਨਿੱਜ ਸਰੂਪ ਕਿਵੇਂ ਦਾ ਮਹਾਰਾਜ ਸੱਚੇ ਪਾਤਸ਼ਾਹ ਦਾ, ਵੀ ਤੁਸੀਂ ਜਿਹਨੂੰ ਖੋਜਿਆ। ਭਗਤੀ ਤਾਂ ਅਸੀਂ ਵੀ ਕਰਦੇ ਹਾਂ, ਅਸੀਂ ਵੀ ਸਵਖਤੇ ਉੱਠ ਪੈਂਦੇ ਹਾਂ, ਬ੍ਰਹਮ ਮੁਹੂਰਤ ਵਿੱਚ ਉੱਠਦੇ ਹਾਂ, ਜਿਹਨੂੰ ਅੱਜ ਕੱਲ੍ਹ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ, ਸਾਦੀ ਭਾਸ਼ਾ ਵਿੱਚ ਵੱਡਾ ਤੜਕਾ ਕਿਹਾ ਜਾਂਦਾ। ਅਤੇ ਉਦੋਂ ਅਸੀਂ ਵੀ ਉੱਠਦੇ ਹਾਂ, ਅਸੀਂ ਵੀ ਵੇਦ ਮੰਤਰ ਜਪ ਤਪ ਕਰਦੇ ਹਾਂ, ਪਰ ਸਾਨੂੰ ਤਾਂ ਕੋਈ ਮਨ ਦਾ ਟਿਕਾਊ ਬਣਿਆ ਨਹੀਂ ਗਾ। ਮਹਾਰਾਜ ਜੀ ਕਹਿੰਦੇ ਵੀ ਜੋ ਜਾਪ ਹੈ, ਜੋ ਤਪ ਕਰਨਾ ਹੈ, ਜੋ ਤੁਸੀਂ ਵੇਦ ਪੜ੍ਹਦੇ ਹੋ, ਮੰਤਰ ਦੀ ਵਿਚਾਰ ਕਰਦੇ ਹੋ, ਇਹ ਇਸ ਕਰਕੇ ਕਰਨਾ ਹੈ ਵੀ ਮਨ ਜਿਹੜਾ ਹੈ ਨਿਰਮਲ ਹੋਵੇ, ਮਨ ਨਮਰਤਾ ਦੇ ਵਿੱਚ ਆਵੇ, ਮਨ ਦੀ ਜਿਹੜੀ ਸੇਜ ਏ, ਭਾਵ ਸਾਡੀ ਜਿਹੜੀ ਦ੍ਰਿਸ਼ਟੀ ਆ, ਉਹ ਸਾਫ਼ ਹੋਵੇ। ਸ਼ਬਦ ਦੇ ਨਾਲ, ਗਿਆਨ ਦੇ ਨਾਲ ਇਹਨੂੰ ਸਾਫ਼ ਕਰਕੇ ਉਸ ਤੋਂ ਬਾਅਦ ਤੁਸੀਂ ਉਸ ਪੁਆਇੰਟ 'ਤੇ ਬੈਠਣਾ ਹੈ, ਉਸ ਦਰ 'ਤੇ ਬੈਠਣਾ ਹੈ ਜਿੱਥੇ ਸਾਡੀ ਅਸਲੀ ਭਗਤੀ ਸ਼ੁਰੂ ਹੋਣੀ ਹੈ। ਮਨ ਨੇ ਭਗਤੀ ਕਰਨੀ, ਪ੍ਰਕਾਸ਼ ਸਰੂਪ ਸਤਿਗੁਰ ਦੇ ਦਰ 'ਤੇ ਬੈਠਣਾ, ਉਹਨਾਂ ਦੇ ਨਿੱਜ ਸਰੂਪ ਨੂੰ ਧਿਆਨ ਧਰ ਕੇ ਬੈਠਣਾ। ਜਿਵੇਂ ਕਈ ਜੀਵ ਕਹਿੰਦੇ ਨੇ ਨਾ ਵੀ ਤੁਸੀਂ ਭਗਤੀ ਕਰਨੀ ਹੈ ਤਾਂ ਕਿਸੇ ਫੋਟੋ ਦਾ ਧਿਆਨ ਲੈ ਲਓ, ਜੇ ਤੁਹਾਨੂੰ ਵਿਚਾਰ ਆਉਂਦੇ ਨੇ ਕਿਸੇ ਫੋਟੋ ਦਾ ਧਿਆਨ ਲੈ ਲਿਆ ਕਰੋ, ਜੇ ਤੁਹਾਨੂੰ ਵਿਚਾਰ ਆਉਂਦੇ ਨੇ ਕਿਸੇ ਮੂਰਤੀ ਦਾ ਧਿਆਨ ਲੈ ਲਿਆ ਕਰੋ, ਜਾਂ ਕਈ ਕਹਿ ਦਿੰਦੇ ਆ ਵੀ ਵਾਹਿਗੁਰੂ, ਸਤਿਨਾਮ ਜਾਂ ਰਾਮ ਲਿਖੇ ਹੋਏ ਅੱਖਰਾਂ ਦਾ ਧਿਆਨ ਲੈ ਲਿਆ ਕਰੋ, ਤੁਹਾਡਾ ਮਨ ਛੇਤੀ ਟਿਕ ਜਾਏਗਾ। ਪਰ ਉਹ ਟਿਕਦਾ ਤਾਂ ਹੈ, ਪਰ ਉਹ ਤਾਂ ਆਕਾਰ ਦੇ ਵਿੱਚ ਅਸੀਂ ਟਿਕਾ ਲੈਂਦੇ ਹਾਂ। ਆਕਾਰ ਜਿੰਨਾ ਵੀ ਆ ਉਹ ਮਾਇਆ ਦੇ ਵਾਸਤੇ, ਉਹ ਤਾਂ ਫਿਰ ਮਾਇਆ ਦੀ ਭਗਤੀ ਹੋ ਗਈ। ਇਸ ਤਰ੍ਹਾਂ ਭਗਤ ਪਰਮੇਸ਼ਰ ਦੇ ਜਿਹੜੇ ਹੁੰਦੇ ਆ, ਉਹ ਕਹਿੰਦੇ ਆ ਕਿ ਮਹਾਰਾਜ ਦੇ ਜਿਹੜਾ ਨਿੱਜ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਉਹਦਾ ਤੁਸੀਂ ਧਿਆਨ ਲੈ ਲਓ, ਫਿਰ ਤੁਹਾਨੂੰ ਵਿਚਾਰ ਆਉਣਗੇ ਹੀ ਨਹੀਂ, ਤੁਹਾਡਾ ਮਨ ਮਾਇਆ ਵੱਲ ਜਾਏਗਾ ਹੀ ਨਹੀਂ। ਜਦੋਂ ਤੁਸੀਂ ਇੱਕ ਪਾਸੇ ਵੇਖਣਾ ਸ਼ੁਰੂ ਕਰ ਦਿੱਤਾ, ਉੱਧਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਦੂਜੇ ਪਾਸੋਂ ਆਪੇ ਧਿਆਨ ਹਟ ਜਾਂਦਾ। ਕਿਉਂਕਿ ਜਿਹੜਾ ਮਨ ਹੈ ਇਹ ਇੱਕ ਟਾਈਮ 'ਤੇ ਇੱਕ ਹੀ ਕੰਮ ਕਰ ਸਕਦਾ। ਤੁਸੀਂ ਕਰਕੇ ਦੇਖ ਲਓ, ਜੇ ਤੁਸੀਂ ਤੁਰੇ ਜਾ ਰਹੇ ਹੋ, ਤੁਹਾਨੂੰ ਮੰਨ ਲਓ ਫੋਨ ਆ ਗਿਆ ਕਿਸੇ ਦਾ, ਸੈਰ ਕਰਦੇ ਪਏ ਹੋ ਤੁਸੀਂ, ਅਤੇ ਜੇ ਨੋਰਮਲ ਗੱਲਾਂ ਕਰਦੇ ਹੋ ਅਤੇ ਨਾਲ ਨੋਰਮਲ ਤੁਰ ਵੀ ਰਹੇ ਹੋ, ਅਤੇ ਜੇ ਕੋਈ ਉਹ ਬਹੁਤ ਹੀ ਜ਼ਰੂਰੀ ਗੱਲ ਦੱਸੇਗਾ ਜਾਂ ਤੁਹਾਡੀ ਐਸੀ ਕੋਈ ਤੁਹਾਨੂੰ ਗੱਲ ਦੱਸ ਦੇਗਾ ਵੀ ਜਿਹਦੇ ਨਾਲ ਆਪਾਂ ਕਹਿੰਦੇ ਹਾਂ ਨਾ ਵੀ ਗੱਲ ਸੁਣ ਕੇ ਹੋਸ਼ ਹੀ ਉੱਡ ਗਿਆ, ਅਤੇ ਤੁਸੀਂ ਤੁਰਨਾ ਬੰਦ ਕਰ ਦਿਓਗੇ ਜੀ,
ਅਤੇ ਉਹ ਗੱਲ ਸੁਣਨ ਲੱਗ ਜਾਓਗੇ। ਮੇਰੇ ਕਹਿਣ ਦਾ ਮਨੋਰਥ ਹੈ ਵੀ ਜਿਵੇਂ ਕਈ ਵਾਰੀ ਅਸੀਂ ਡਰਾਈਵਿੰਗ ਕਰਦੇ ਹੋਏ ਨਾਲ ਫੋਨ 'ਤੇ ਗੱਲ ਕਰਦੇ ਹਾਂ ਅਤੇ ਸਾਡਾ ਐਕਸੀਡੈਂਟ ਹੋ ਜਾਂਦਾ। ਇਹ ਮਨ ਜਿਹੜਾ ਹੈ ਇਹ ਇੱਕ ਟਾਈਮ 'ਤੇ ਇੱਕ ਕੰਮ ਕਰ ਸਕਦਾ ਹੈ ਬਾਖੂਬੀ, ਅਤੇ ਜੇ ਦੂਸਰਾ ਕੰਮ ਉਹਦੇ ਨਾਲ ਕਰੋਗੇ ਉਸ ਕੰਮ ਦੇ ਵਿੱਚ ਇਹਦੀ ਐਨਰਜੀ, ਜਿਹੜਾ ਇਹ ਪਹਿਲੋਂ ਕੰਮ ਕਰਦਾ ਪਿਆ ਸੀਗਾ ਅਤੇ ਦੂਜਾ ਤੁਸੀਂ ਨਾਲ ਕਰਨਾ ਸ਼ੁਰੂ ਕਰ ਦਿੱਤਾ, ਪਹਿਲੜੇ ਕੰਮ ਦੇ ਵਿੱਚ ਇਹਦੀ ਐਨਰਜੀ ਜਿਹੜੀ ਹੈ ਰਿਡਿਊਜ਼ ਹੋਣ ਲੱਗ ਜਾਏਗੀ। ਅਤੇ ਜੇ ਤੁਸੀਂ ਦੂਸਰੇ ਕੰਮ ਵੱਲ ਜ਼ਿਆਦਾ ਧਿਆਨ ਦੇ ਦਿਓਗੇ ਤਾਂ ਪਹਿਲੜਾ ਆਪੇ ਹੀ ਬੰਦ ਹੋ ਜਾਏਗਾ। ਜਿਵੇਂ ਹੁਣ ਮਨ ਫੁਰਨੇ ਲਈ ਜਾਂਦਾ, ਵਿਚਾਰ ਲਈ ਜਾਂਦਾ, ਵਿਹਲਾ ਬੈਠਾ। ਮੰਨ ਲਓ ਤੁਸੀਂ ਆਪਦੇ ਕਮਰੇ 'ਚ ਹੀ ਬੈਠੇ ਆ, ਆਪਦੇ ਤੁਸੀਂ ਟਰੱਕ 'ਚ ਬੈਠੇ ਆ, ਕਾਰ ਦੇ ਵਿੱਚ ਬੈਠੇ ਆ, ਵਿਹਲਾ ਮਨ ਫੁਰਨੇ ਲਈ ਜਾਏਗਾ, ਉਹ ਕੰਮ ਕਰਦਾ ਪਿਆ। ਤੁਸੀਂ ਇਹਦਾ ਧਿਆਨ ਜਿਹੜਾ ਆਪਦੀ ਬਿਰਤੀ ਨੂੰ ਚੁੱਕਿਆ ਅਤੇ ਗੁਰਮੰਤਰ ਦੇ ਅਭਿਆਸ ਵਿੱਚ ਲਾ ਲਿਆ, ਜਾਂ ਮੰਨ ਲਓ ਤੁਸੀਂ ਕਥਾ ਚਲਾ ਲਈ ਅਤੇ ਕਥਾ ਵਿੱਚ ਧਿਆਨ ਲਾ ਲਿਆ। ਉੱਧਰੋਂ ਧਿਆਨ ਪੁੱਟਿਆ ਅਤੇ ਇੱਧਰ ਲਾ ਤਾ, ਉੱਧਰਲੇ ਵਿਚਾਰ ਬੰਦ ਅਤੇ ਇੱਧਰ ਹੋ ਗਿਆ ਸ਼ੁਰੂ, ਜੋ ਬ੍ਰਹਮ ਦੇ ਵਿਚਾਰ ਹੈ ਉਹ ਸ਼ੁਰੂ ਹੋ ਗਈ। ਇਸੇ ਤਰੀਕੇ ਜਦੋਂ ਨਿੱਜ ਸਰੂਪ ਮਹਾਰਾਜ ਦੀ ਪਛਾਣ ਹੋ ਗਈ ਭਗਤਾਂ ਨੂੰ, ਉਹਨਾਂ ਨੇ ਆਪਦਾ ਸਾਰਾ ਧਿਆਨ ਉਸ ਨਿੱਜ ਸਰੂਪ ਦੇ ਵਿੱਚ ਲਾ ਦਿੱਤਾ ਅਤੇ ਉਹਦੀ ਖੋਜ ਕੀਤੀ। ਉਸ ਨਿੱਜ ਸਰੂਪ ਦੇ ਵਿੱਚੋਂ ਫਿਰ ਜਿਹੜਾ ਬਚਨ ਨਿਕਲਦਾ ਪਿਆ ਸੀ ਅਨਾਹਦ ਸ਼ਬਦ ਦਾ, ਉਹਨੂੰ ਵੀ ਸੁਣੀ ਗਏ ਅਤੇ ਉੱਧਰ ਵੀ ਵੇਖੀ ਗਏ। ਪਰ ਨਾਮ ਤੋਂ ਵੱਡਾ ਪਰਮੇਸ਼ਰ ਹੈ, ਕਿਉਂਕਿ ਨਾਮ ਮਾਲਕ ਦੀ ਆਪ ਦੀ ਉਪਜ ਹੈ, ਪਰ ਪਾਇਆ ਨਾਮ ਦੇ ਰਾਹੀਂ ਜਾਂਦਾ। ਨਾਮ ਸਾਡੀ ਸੁਰਤੀ ਨੂੰ ਪਰਮੇਸ਼ਰ ਦੇ ਨਾਲ ਜੋੜਨ ਦੇ ਲਈ ਇੱਕ ਵਿਚੋਲਾ ਹੈ। ਜਦੋਂ ਨਾਮ ਨੂੰ ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ, ਜਿਹੜਾ ਨਾਮ ਦਾ ਜਸ ਸੁਰਤੀ ਸੁਣਦੀ ਹੈ, ਉਹ ਜਸ ਨੂੰ ਸੁਣ ਕੇ ਉਹ ਅਨਾਹਤ ਰੂਪੀ ਜਸ ਹੁੰਦਾ ਅਤੇ ਸੁਰਤੀ ਨਿਰਮਲ ਹੋ ਜਾਂਦੀ ਆ, ਮਨ ਨਿਰਮਲ ਹੋ ਜਾਂਦਾ ਹੈ, ਅਤੇ ਫਿਰ ਹੀ ਜਾ ਕੇ ਉਸ ਪ੍ਰਕਾਸ਼ ਸੱਚੇ ਪਾਤਸ਼ਾਹ ਦੇ ਸਨਮੁਖ ਬੈਠ ਕੇ ਉਹਨਾਂ ਵਿੱਚ ਸਮਾਉਂਦਾ। ਨਹੀਂ ਤਾਂ ਸਨਮੁਖ ਤਾਂ ਕਾਲ ਵੀ ਹੈ, ਧਰਮਰਾਜ ਵੀ ਹੈ, ਚਿੱਤਰਗੁਪਤ ਵੀ ਹੈ, ਪੌਣ ਪਾਣੀ ਬਸੰਤਰ ਵੀ ਹੈ, ਪਰ ਇਹ ਦਰ 'ਤੇ ਖੜ੍ਹੇ ਨੇ ਸਾਰੇ, ਇਹ ਵਿੱਚ ਨਹੀਂ ਸਮਾਏ, ਸਿਰਫ ਦਰ ਤੋਂ ਆਦੇਸ਼ ਲੈ ਰਹੇ ਆ। ਕੀ ਕਰੀਏ, ਵਿਚਾਰ ਆ ਰਹੇ ਆ ਇਹਨਾਂ ਨੂੰ, ਅਤੇ ਜਿਹੜਾ ਸਮਾਇਆ ਹੁੰਦਾ ਉਹਨੂੰ ਫਿਰ ਆਪ ਦਾ ਕੋਈ ਵਿਚਾਰ ਨਹੀਂ ਆਉਂਦਾ, ਉਹ ਵਿੱਚ ਸਮਾ ਜਾਂਦਾ ਹੈ। ਉਹਦੀ ਤਾਂ ਸੱਚੇ ਪਾਤਸ਼ਾਹ ਸਾਰੀ ਕਾਰਜ ਆਪਣੇ ਆਪ ਕਰਦੇ ਆ, ਜਿਵੇਂ ਭਗਤ ਧੰਨਾ ਜੀ ਦੇ ਕਾਰਜ ਕੀਤੇ ਨਾ। ਇਹ ਨਹੀਂ ਉਹਨਾਂ ਦੇ ਮੱਝਾਂ ਚਾਰੀਆਂ, ਛੋਟੇ ਤੋਂ ਛੋਟਾ ਵਿਚਾਰ ਭਾਵ ਕਿ ਜਦੋਂ ਮਨ ਸਹਿਜ ਦੇ ਵਿੱਚ ਚਲਾ ਗਿਆ ਅਤੇ 5 ਆਪ ਦਾ ਕੰਮ ਕਰਨ ਲੱਗ ਗਏ, 5 ਮੱਝਾਂ ਵੀ ਚਾਰਨ ਲੱਗ ਗਏ, 5 ਖੇਤੀ ਵੀ ਕਰਨ ਲੱਗ ਗਏ, 5 ਸਾਡੀ ਦਿਹਾੜੀ ਵੀ ਕਰਨ ਲੱਗ ਗਏ, ਵਪਾਰ ਵੀ ਕਰਨ ਲੱਗ ਗਏ, ਅਤੇ ਮਨ ਸਹਿਜ 'ਚ ਚਲਾ ਗਿਆ, ਸੱਚ ਦੇ ਸਨਮੁਖ ਹੋ ਕੇ ਬਹਿ ਗਿਆ ਅਤੇ ਮੱਝਾਂ 5 ਨੇ ਚਾਰੀਆਂ। ਇਸ ਤਰ੍ਹਾਂ ਕਾਰਜ ਕਰਦਾ ਸਾਡੇ ਆਪਣੇ। ਜਿਹੜੇ ਵੀ ਗੁਰਮੁਖ ਥਿਰ ਘਰ ਦੇ ਵਿੱਚ ਆਸਣ ਲਗਾ ਲੈਂਦੇ ਆ, ਉਹਨਾਂ ਦੀਆਂ ਫਿਰ ਮੱਝਾਂ ਆਪ ਹੀ ਚਾਰਦਾ 5 ਦੇ ਰਾਹੀਂ, ਵਿਚਾਰ ਇਹ ਲੈਂਦੇ। ਮਹਾਰਾਜ ਦੇ ਭਗਤਾਂ ਨੂੰ ਜਦੋਂ ਗੁਰਮੁਖਾਂ ਨੇ ਪੁੱਛਿਆ ਵੀ ਉਹਨਾਂ ਦਾ ਨਿੱਜ ਸਰੂਪ ਕਿਵੇਂ ਦਾ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਭਗਤਾਂ ਨੇ ਫਿਰ ਦੱਸਿਆ ਕਿ ਉਹ ਨਿੱਜ ਸਰੂਪ ਜਿਹੜਾ ਸੱਚੇ ਪਾਤਸ਼ਾਹ ਦਾ ਆਪਦਾ ਹੈ, ਉਹ ਕੋਈ ਰੰਗ ਦੇ ਵਿੱਚ ਨਹੀਂ ਹੈਗਾ, ਉਹ ਇੱਕ ਪ੍ਰਕਾਸ਼ ਹੈ। ਅਤੇ ਤੁਸੀਂ ਧਿਆਨ ਦੀਆਂ ਅੱਖਾਂ ਦੇ ਨਾਲ ਸੁਰਤੀ ਦੇ ਰਾਹੀਂ ਤੁਸੀਂ ਉਹਦੇ ਦਰਸ਼ਨ ਕਰ ਸਕਦੇ ਹੋ। ਅਤੇ ਪ੍ਰਕਾਸ਼ ਵੀ ਇੱਕ ਨਿਰਾ ਪ੍ਰਕਾਸ਼ ਹੈ, ਉਹਦੇ 'ਚ ਕੋਈ ਆਕਾਰ ਨਹੀਂ ਆਉਂਦਾ, ਕਦੇ ਘੱਟਦਾ ਨਹੀਂ, ਕਦੇ ਵੱਧਦਾ ਨਹੀਂ। ਮਹਾਰਾਜ ਨੇ ਕਿਹਾ ਨਾ ਦੇਹ ਹੈ, ਨਾ ਗੇ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਮੰਤਰ ਹੈ, ਨਾ ਮਿੱਤਰ ਹੈ, ਨਾ ਤਾਤ ਹੈ, ਨਾ ਮਾਤ ਹੈ। ਦੇਹ ਦੇ ਵਿੱਚ ਨਹੀਂ ਹੈਗਾ, ਜਾਤ ਪਾਤ 'ਚ ਨਹੀਂ ਹੈਗਾ, ਮੰਤਰਾਂ ਤੰਤਰਾਂ ਦੇ ਵਿੱਚ ਨਹੀਂ ਹੈਗਾ, ਅਤੇ ਕੀ ਆ ਜਿਮੀ ਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਨਾ ਹਾਨ ਹੈ, ਨਾ ਬਾਨ ਹੈ, ਸਮਾਨ ਰੂਪ ਜਾਨੀਐ ਮਕੀਨ ਔ ਮਕਾਨ ਅਪਰਮਾਨ ਤੇਜ ਮਾਨੀਐ। ਬਹੁਤ ਤੇਜ ਪ੍ਰਕਾਸ਼ ਹੈ, ਨਾ ਘੱਟਦਾ ਨਾ ਵੱਧਦਾ, ਇੱਕ ਸਮਾਨ ਰੂਪ ਹੋ ਕੇ ਖੜ੍ਹਿਆ ਰਹਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਸਾਨੂੰ। ਜਦੋਂ ਤੁਸੀਂ ਉਸ ਪ੍ਰਕਾਸ਼ ਨੂੰ ਫਿਰ ਵੇਖਦੇ ਹੋ ਜਾਂ ਤੁਸੀਂ ਉਹਨੂੰ ਦੇਖੋਗੇ, ਉਹਦੇ ਸਨਮੁਖ ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਨਾ,
ਅਤੇ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ, ਜਿੱਥੇ ਆਪਣੀ ਆਮ ਤੌਰ 'ਤੇ ਕਈ ਵਾਰੀ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਆਪਾਂ ਜਾ ਕੇ ਸੰਗਤ ਦੀ ਜਿਹੜੀ ਉਹ ਪੰਗਤੀ ਲੱਗੀ ਆ, ਲੈਣ ਲੱਗੀ ਹੁੰਦੀ ਹੈ, ਉਹ ਪਿੱਛੇ ਆਪਾਂ ਜਿੱਥੋਂ ਸ਼ੁਰੂਆਤ ਹੁੰਦੀ ਹੈ ਪੁਲ ਦੀ, ਉਸ ਦਰਵਾਜ਼ੇ 'ਤੇ ਆਪਾਂ ਜਦੋਂ ਜਾ ਕੇ ਖੜ੍ਹਦੇ ਹਾਂ ਨਾ, ਕਦੇ ਤੁਸੀਂ ਨੋਟ ਕਰਿਆ ਜੇ ਵੀ ਜਿਹੜਾ ਆਪਣੇ ਤਾਂ ਜਿਵੇਂ ਦਰਵਾਜ਼ੇ ਹੁੰਦੇ ਆ, ਇਹਨਾਂ ਦੇ ਜਿੰਦੇ ਬਾਹਰ ਲੱਗੇ ਹੁੰਦੇ ਆ ਅਤੇ ਬਾਹਰੋਂ ਜਿੰਦਰਾ ਖੋਲ੍ਹ ਕੇ ਅਤੇ ਦਰਵਾਜ਼ਾ ਵੀ ਆਪਾਂ ਬਾਹਰੋਂ ਖੋਲ੍ਹਦੇ ਹਾਂ, ਪਰ ਜਿਹੜਾ ਦਰਬਾਰ ਸਾਹਿਬ ਦਾ ਦਰਵਾਜ਼ਾ ਹੈ ਉਹਦੇ ਬਾਹਰ ਜਿੰਦਰਾ ਨਹੀਂ ਹੈਗਾ। ਜਿਹੜਾ ਅੰਦਰ ਦਿਓੜੀ ਦਾ ਦਰਵਾਜ਼ਾ ਹੈ ਉਹਦੇ ਬਾਹਰ ਜਿੰਦਰਾ ਨਹੀਂ ਹੈਗਾ, ਉਹ ਅੰਦਰੋਂ ਖੁੱਲ੍ਹਦਾ। ਉਹਦਾ ਨਕਸ਼ਾ ਮਹਾਰਾਜ ਨੇ ਇਸ ਹਿਸਾਬ ਨਾਲ ਬਣਾਇਆ ਹੈ, ਕਿਉਂਕਿ ਸਾਡੇ ਅੰਦਰਲੇ 10ਵੇਂ ਘਰ ਨੂੰ ਐਕਸਪਲੇਨ ਕਰਨ ਦੇ ਲਈ ਨਕਸ਼ਾ ਬਣਾਇਆ, ਜਿੱਥੇ ਸਾਡਾ ਅਸਲੀ ਘਰ ਹੈ। ਜਿਹੜਾ ਹਰਿਮੰਦਰ ਸਰੀਰ ਵਿੱਚ ਹੈ, ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਹਰਿਮੰਦਰ ਮੈਂ ਹਰ ਵਸੈ ਸਰਵ ਨਿਰੰਤਰ ਸੋਏ। ਉਸੇ ਹਰਿਮੰਦਰ ਦਾ ਬਾਹਰ ਸਰੂਪ ਦਿੱਤਾ ਮਹਾਰਾਜ ਨੇ। ਇਸੇ ਤਰੀਕੇ ਜਦੋਂ ਆਪਾਂ ਸਿਮਰਨ ਨਾਲ ਕਰਕੇ, ਮਨ ਨੂੰ ਸ਼ਾਂਤ ਕਰਕੇ ਅਤੇ ਇਹਨੂੰ ਧੋ ਕੇ, ਅਤੇ ਫਿਰ ਆਪਾਂ ਜਿਹੜਾ ਸਾਡੇ ਸੁਰਾਂ ਤੋਂ ਉੱਪਰ ਜਿੱਥੇ ਨੇਤਰ ਅਸੀਂ ਬੰਦ ਕਰ ਲਈਏ ਅਤੇ ਸਾਹਮਣੇ ਸੁੰਨ ਸ਼ੁਰੂ ਹੋ ਜਾਂਦੀ ਹੈ, ਜਦੋਂ ਇਸ ਪੁਆਇੰਟ 'ਤੇ ਅਸੀਂ ਬੈਠਦੇ ਹਾਂ, ਬਹੁਤੇ ਜੀਵ ਕਈ ਵਾਰੀ ਤ੍ਰੈਕੁਟੀ 'ਤੇ ਧਿਆਨ ਲਾ ਲੈਂਦੇ ਆ, ਮੱਥੇ 'ਤੇ ਲਾ ਲੈਂਦੇ ਆ, ਕਹਿੰਦੇ ਸਾਡਾ ਸਿਰ ਦਰਦ ਹੁੰਦਾ। ਹੋਰ ਇੱਕ ਤਾਂ ਬਿਨਾਂ ਪੁੱਛੇ ਤੋਂ ਧਿਆਨ ਨਾ ਲਾਇਆ ਕਰੋ। ਜੇ ਤੁਹਾਨੂੰ ਨਹੀਂ ਪ੍ਰੈਕਟਿਸ, ਆਪ ਮੁਹਾਰਾ ਕੋਈ ਵੀ ਧਿਆਨ ਜਾਂ ਤੁਸੀਂ ਕੋਈ ਵੀ ਜੁਗਤ ਲਾਓਗੇ, ਉਹਦੇ ਨਾਲ ਜਿਹੜਾ ਤੁਹਾਡਾ ਨੁਕਸਾਨ ਹੋ ਸਕਦਾ। ਸਿਰਫ ਪ੍ਰੈਕਟਿਸ ਨਾਲ, ਅਤੇ ਜੇ ਪਹਿਲੋਂ ਗੁਰਮੰਤਰ ਸ਼ਬਦ ਦਾ ਅਭਿਆਸ ਕੀਤਾ ਹੋਇਆ, ਫਿਰ ਹੀ ਧਿਆਨ ਦਾ ਖੇਲ ਸ਼ੁਰੂ ਕਰੋ। ਜੇ ਸ਼ਬਦ ਦੀ ਕਮਾਈ ਨਹੀਂ ਕੀਤੀ, ਪ੍ਰੈਕਟਿਸ ਨਹੀਂ, ਭੇਤ ਨਹੀਂ, ਨਾ ਧਿਆਨ ਲਾਓ। ਜੇ ਜਲਾਉਣਾ ਵੀ ਤਾਂ ਅੱਖਾਂ ਖੋਲ੍ਹ ਕੇ ਸਾਹਮਣੇ ਖਾਲੀ ਖਲਾ ਦੇ ਵਿੱਚ ਧਿਆਨ ਧਰ ਕੇ ਅਭਿਆਸ ਕਰੋ। ਦ੍ਰਿਸ਼ਟੀ ਨੂੰ ਬਾਹਰ ਦੂਰ ਨਹੀਂ ਲੈ ਕੇ ਜਾਣਾ। ਹੁਣ ਜਦੋਂ ਅਸੀਂ, ਮਹਾਰਾਜ ਕਹਿੰਦੇ, ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ, ਤਹਾਂ ਕਬੀਰੈ ਮਟਕੀਆ ਖੋਜਤ ਮੁੰਜਨ ਵਾਟ। ਕਹਿੰਦੇ ਜਿੱਥੇ ਗੰਗਾ ਅਤੇ ਜਮਨਾ ਦੇ ਅੰਤਰ ਜਾ ਕੇ ਸਹਿਜ ਸੁਨ ਦਾ ਘਾਟ ਹੈ, ਉੱਥੇ ਜਾ ਕੇ ਅਸੀਂ ਆਸਣ ਲਾਇਆ। ਹੁਣ ਗੰਗਾ ਸਾਡੀ ਖੱਬੀ ਅਤੇ ਸੱਜੀ ਸੁਰ ਨੂੰ ਗੰਗਾ ਜਮਨਾ ਕਹਿ ਦਿੱਤਾ, ਅਤੇ ਜਿੱਥੇ ਇਹ ਦੋਨੋਂ ਜਾ ਕੇ ਸੁਰਾਂ ਮਿਲ ਜਾਂਦੀਆਂ ਨੇ ਉੱਪਰ, ਜਿੱਥੇ ਆਮ ਜਾ ਕੇ ਬੀਬੀਆਂ ਬਿੰਦੀ ਲਾਉਂਦੀਆਂ, ਅਤੇ ਇਹ ਸੁੰਨ ਦੇ ਘਾਟ ਦੇ ਉੱਪਰ ਜਿਹੜਾ ਸੁੰਨ ਦੇ ਵਿੱਚ ਧਿਆਨ ਧਰ ਕੇ ਜਦੋਂ ਗੁਰਮੁਖ ਬੈਠੇ, ਇਹ ਨੇਤਰ ਰਿਲੈਕਸ ਹੋ ਗਏ ਅਤੇ ਮਨ ਦੇ ਧਿਆਨ ਦੇ ਨੇਤਰਾਂ ਦੇ ਵਿੱਚ ਬੈਠੇ, ਇੱਥੋਂ ਉਹਨਾਂ ਦੇ ਨਿਜ ਸਰੂਪ ਦੀ ਪਛਾਣ ਹੋਈ। ਪਰ ਪਹਿਲੀ ਸਟੇਜ 'ਤੇ ਕਿਉਂਕਿ ਬੁੱਧੀ ਅਗਿਆਨਤਾ ਵਸ, ਤ੍ਰੈਗੁਣਾ ਵਸ ਹੁੰਦੀ ਹੈ, ਇਸ ਕਰਕੇ ਸੌਖਾ ਜੀਵ ਜਿਹੜਾ ਪਾਲਦਾ ਹੈ, ਅਤੇ ਫਿਰ ਸਾਧੂਆਂ ਨੇ ਉਹਨਾਂ ਨੂੰ ਇਹੀ ਦਰਸ਼ਨ ਬਾਹਰ ਸਰੀਰ ਦੀਆਂ ਅੱਖਾਂ ਖੋਲ੍ਹ ਕੇ, ਸਰੀਰ ਦੀਆਂ ਨੇਤਰਾਂ ਤੋਂ ਬਾਹਰ ਉਹਨਾਂ ਨੇ ਸਾਹਮਣੇ ਖਾਲੀ ਦੇ ਵਿੱਚ ਪ੍ਰਮਾਣ ਦੇ ਕੇ ਦੱਸਿਆ ਵੀ ਇਸ ਤਰ੍ਹਾਂ ਤੁਸੀਂ ਦਰਸ਼ਨ ਕਰ ਸਕਦੇ ਜੀ। ਅਤੇ ਜਦੋਂ ਦਰਸ਼ਨ ਕਰਦੇ ਹੋਏ ਅਤੇ ਨਾਲ ਤੁਸੀਂ ਸਿਮਰਨ ਕਰੋਗੇ, ਨਾਲ ਸੱਚ ਦੇ ਦਰਸ਼ਨ ਕਰੀ ਜਾਓਗੇ, ਉੱਥੋਂ ਸਤਿਗੁਰ ਜਿਹੜਾ ਪ੍ਰਕਾਸ਼ ਰੂਪ ਹੈ, ਜਿਹਦੇ ਤੁਸੀਂ ਦਰਸ਼ਨ ਕਰਦੇ ਜੇ, ਉਹ ਤੁਹਾਨੂੰ ਸਿੱਧਾ ਨਾਮ ਧਨ ਦੇ ਦੇਗਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਦੋਂ ਸੱਚ ਦੀ ਸੇਵਾ ਕਰੋਗੇ, ਨਾਲ ਉਹਨਾਂ ਨੂੰ ਆਵਾਜ਼ਾਂ ਦਿਓਗੇ, ਅਤੇ ਉੱਥੋਂ ਤੁਹਾਨੂੰ ਨਾਮ ਧਨ ਮਿਲ ਜਾਏਗਾ। ਪਰ ਇਹ ਉਸ ਵਕਤ ਦਰਸ਼ਨਾਂ ਦੇ ਵਿੱਚ ਬਿਠਾਇਆ, ਉਸ ਵਕਤ ਦਰ 'ਤੇ ਬਿਠਾਇਆ, ਜਦੋਂ ਗੁਰਮੁਖਾਂ ਸਾਧੂਆਂ ਨੂੰ ਇਹ ਨਿਹਚਾ ਹੋ ਗਿਆ ਕਿ ਹੁਣ ਇਹ ਜਿਹੜਾ ਮਨ ਹੈ, ਇਹ ਵਿਚਾਰਾਂ ਤੋਂ ਰਹਿਤ ਹੋ ਚੁੱਕਿਆ ਹੈ, ਭਾਵ ਕਿ ਇਹ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਚੱਲ ਪਿਆ, ਗੁਰੂ ਦੀ ਮੱਤ ਨੂੰ ਧਾਰਨ ਕਰਨ ਯੋਗ ਹੋ ਗਿਆ। ਇਹਦੇ ਅੰਦਰ ਬ੍ਰਹਮ ਦੀ ਵਿੱਦਿਆ ਵਸ ਗਈ ਹੈ, ਗਿਆਨ ਵਸ ਗਿਆ। ਇਹ ਨਿੰਦਿਆ ਤੋਂ, ਇੱਕ ਦੂਜੇ ਦੀ ਦੁਵਿਧਾ ਤੋਂ, ਦੂਜੇ ਨੂੰ ਮਾੜੇ ਚੰਗੇ ਕਹਿਣ ਤੋਂ ਉੱਪਰ ਉੱਠ ਗਿਆ। ਨਹੀਂ ਤਾਂ ਮੁੱਖੋਂ ਤਾਂ ਬਚਨ ਕਰੀ ਜਾਏਗਾ, ਦੁਬਿਧਾ ਨਾ ਕਰੋ, ਹਉਮੈ ਨਾ ਕਰੋ। ਐਸੇ ਅਗਿਆਨੀ ਜੀਵ ਅਸੀਂ ਦੇਖਦੇ ਹਾਂ, ਨਾੜੀ ਅਸੰਤ, ਮੁੱਖੋਂ ਕਹੀ ਜਾਣਗੇ ਤੁਸੀਂ ਮਾੜਾ ਨਾ ਕਰੋ, ਅਤੇ ਉਸ ਤਰ੍ਹਾਂ ਧੜਿਆਂ ਦੇ ਨਾਮ ਲੈ ਕੇ, ਇੱਕ ਦੂਜੇ ਦੇ ਨਾਮ ਲੈ ਕੇ, ਇੱਕ ਦੂਜੇ ਨੂੰ ਮਾੜਾ ਚੰਗਾ ਕਹਿ ਕੇ, ਅਤੇ ਉਹ ਦੁਬਿਧਾ ਵੀ ਕਰੀ ਜਾਂਦੇ, ਅਤੇ ਆਪਦੇ ਆਪ ਨੂੰ ਬ੍ਰਹਮ ਗਿਆਨੀ, ਸੰਤ, ਸਾਧੂ, ਬਾਬਾ, ਗੁਰਮੁਖ, ਗੁਰਸਿੱਖ ਕਹਾਉਂਦੇ ਨੇ। ਅਤੇ ਜਿਹਦੇ ਮੁੱਖ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਮਾਲਕ ਦਾ ਸਰੂਪ ਹੈ, ਸਰਗੁਣ ਅਤੇ ਨਿਰਗੁਣ, ਉਹਦੇ ਲਈ ਹੀ ਮਨ ਦੇ ਵਿੱਚ ਇੱਕ ਪਿਆਰ, ਦਇਆ, ਨਿਮਰਤਾ, ਸਹਿਣਸ਼ੀਲਤਾ ਨਹੀਂ ਵਸੀ। ਆਓ ਜਿਹੜਾ ਹਜੇ ਵੀ
ਆਪਦੇ ਆਪ ਨੂੰ ਸੰਤ ਕਹਾਓ ਕੇ ਫਿਰ ਧੜੇ ਬਣਾਉਂਦਾ ਅਤੇ ਉਹ ਸੰਸਾਰ ਦਾ ਭਲਾ ਕਿਵੇਂ ਕਰੇਗਾ। ਨਾਲੇ ਤਾਂ ਅਸੀਂ ਆਪਦੇ ਆਪ ਨੂੰ ਸੰਤ ਕਹਿੰਦੇ ਹਾਂ ਅਤੇ ਨਾਲੇ ਦੁਬਿਧਾ ਕਰਦੇ ਹਾਂ, ਧੜੇ ਬਣਾਉਂਦੇ ਹਾਂ, ਅਤੇ ਉਹ ਸੰਸਾਰ ਨੂੰ ਕਿਵੇਂ ਤਾਰੇਗਾ। ਮੇਰੇ ਸੱਚੇ ਪਾਤਸ਼ਾਹ ਨੇ ਤਾਂ ਜਾ ਕੇ ਕੌਡੇ ਰਾਕਸ਼ ਨੂੰ ਤਾਰਿਆ, ਭੂਮੀਏ ਚੋਰ ਨੂੰ ਤਾਰਿਆ, ਸੱਜਣ ਠੱਗ ਨੂੰ ਤਾਰਿਆ। ਬੜੇ ਵੱਡੇ ਵੱਡੇ ਜਿਹੜੇ ਆਦਮਖੋਰ ਸੀ ਭਗਤਾਂ ਨੇ ਤਾਂ ਇੱਕ ਵੇਸਵਾ ਜੋ ਗਣਕਾ ਸੀਗੀ ਉਹਦੀ ਵਰਗੀਆਂ ਵੇਸਵਾ ਨੂੰ ਤਾਰਤਾ, ਅਜਾਮਲ ਵਰਗੇ ਪਾਪੀਆਂ ਨੂੰ ਤਾਰਿਆ। ਅਤੇ ਅੱਜ ਕੱਲ੍ਹ ਦੇ ਅਨਾੜੀ ਜੀਵ ਜਿਹੜੇ ਉਹ ਦੁਬਿਧਾ ਤੋਂ ਸੁਭਾਅ, ਦੂਜਾ ਕੰਮ ਹੀ ਕੋਈ ਨਹੀਂ। ਤਾਰਨਾ ਉਹਨਾਂ ਨੇ ਕਿਹਨੂੰ? ਕਿਸੇ ਨੂੰ ਨਹੀਂ ਤਾਰਨਾ, ਸਿਰਫ ਮਾਇਆ ਦੇ ਕਾਰਨ ਆਪ ਦੀ ਜੈ ਜੈਕਾਰ ਕਰਾਉਣੀ ਹੁੰਦੀ। ਸੋ ਇਸ ਤਰੀਕੇ ਭਗਤਾਂ ਨੇ ਫਿਰ ਜਦੋਂ ਨਿਜ ਸਰੂਪ ਦਾ ਭੇਤ ਦਿੱਤਾ ਵੀ ਉਹ ਪ੍ਰਕਾਸ਼ ਸਰੂਪ ਹੈ, ਉਹ ਰੰਗ ਰੂਪ ਤੋਂ ਨਿਆਰਾ ਹੈ, ਅਤੇ ਤੁਸੀਂ ਜੇ ਉਹਦੇ ਦਰਸ਼ਨ ਕਰਨੇ ਨੇ ਨਾ ਅਤੇ ਉਹ ਪਹਿਲੋਂ ਤੁਸੀਂ ਸ਼ਬਦ ਦੁਆਰਾ, ਗਿਆਨ ਦੁਆਰਾ ਮਨ ਨੂੰ ਰੰਗ ਲਓ। ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਨਾਮ ਦਾ ਮਜੀਠ ਪਾ ਕੇ ਅਤੇ ਤੁਸੀਂ ਕਾਇਆ ਨੂੰ ਰੰਗ ਲਓ। ਜਿਹੜਾ ਗਿਆਨ ਹੈ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰਮੁਖਾਂ ਤੋਂ ਗਿਆਨ ਲਓ ਤਰੀਕਾ, ਚੌਥੇ ਪਦ ਦਾ ਸਾਰਾ ਭੇਤ ਲੈ ਲਓ ਤੁਸੀਂ। ਜਦੋਂ ਗਿਆਨ ਲਓਗੇ ਤੁਹਾਨੂੰ ਉਹ ਸੁਣ ਮਨ ਅਕਥ ਕਥਾ ਸੁਖਵੰਤੀ, ਸੁਖਾਂ ਦੀ ਦਾਤੀ ਜਿਹੜੀ ਅਕਥ ਕਥਾ ਹੈ ਉਹਨੂੰ ਸੁਣ ਕੇ ਮਨ ਨੂੰ ਰੰਗ ਕੇ, ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਦਰ 'ਤੇ ਬੈਠੋਗੇ ਅਤੇ ਸਤਿਗੁਰ ਵੀ ਭਰੋਸਾ ਕਰਨਗੇ ਅਤੇ ਉੱਥੋਂ ਫਿਰ ਨਿਜ ਸਰੂਪ ਉਹਨਾਂ ਦਾ ਹਾਜ਼ਰ ਹਜ਼ੂਰ ਹੈ, ਜ਼ਾਹਰ ਜ਼ਹੂਰ ਹੈ। ਜੁਗ ਜੁਗੰਤਰਾਂ ਭਗਤਾਂ ਨੇ ਪ੍ਰਗਟ ਹੋ ਕੇ ਉਸੇ ਸਰੂਪ ਦੀ ਭਗਤੀ ਕੀਤੀ ਹੈ। ਉੱਥੇ ਜਦੋਂ ਤੁਸੀਂ ਬੈਠ ਕੇ ਫਿਰ ਇੱਕ ਵਿਚਾਰਾਂ ਤੋਂ ਰਹਿਤ ਹੋ ਕੇ ਬੈਠੋਗੇ ਅਤੇ ਉੱਥੋਂ ਸਤਿਗੁਰ ਕਿਰਪਾ ਕਰਦੇ ਆ, ਤੁਹਾਨੂੰ ਪਛਾਣ ਕਰਾਉਣਗੇ ਆਪ ਦੀ। ਅਤੇ ਜਿਵੇਂ ਮੈਂ ਪਹਿਲੋਂ ਹਰਿਮੰਦਰ ਸਾਹਿਬ ਦਾ ਐਗਜ਼ਾਮਪਲ ਦਿੱਤਾ, ਇਹ ਬਾਕੀ ਸਾਰੇ ਦਰਵਾਜ਼ੇ ਬਾਹਰ ਨੂੰ ਖੁੱਲ੍ਹਦੇ ਆ, ਇਹ ਜਿਹੜਾ 10ਵੇਂ ਘਰ ਦਾ ਦਰਵਾਜ਼ਾ ਇਹ ਅੰਦਰ ਨੂੰ ਖੁੱਲ੍ਹਦਾ ਹੈ, ਅਤੇ ਉਹ ਆਪ ਸਤਿਗੁਰ ਖੋਲ੍ਹਦੇ ਆ, ਦਰ ਨੂੰ ਬਰਾਬਰ ਕਰਦੇ ਆ। ਅਤੇ ਮਹਾਰਾਜ ਕਹਿੰਦੇ ਅੰਤਰ ਜੋਤ ਪ੍ਰਗਟੀ ਮਨ ਮਾਨਿਆ। ਅੰਤਰਗਤ ਮਨ ਦੇ ਅੰਤਰਗਤ ਫਿਰ ਉਹ ਜੋਤ ਪ੍ਰਗਟ ਹੁੰਦੀ ਹੈ। ਜੋਤ ਜਦੋਂ ਪ੍ਰਗਟ ਹੋਈ, ਕਿਹੜੀ ਜੋਤ? ਜਿਹਦੇ ਬਾਰੇ ਅਸੀਂ ਰੋਜ਼ ਪੜ੍ਹਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਿਹੜੀ ਸਾਰਿਆਂ ਦੇ ਅੰਦਰ ਜੋਤ ਹੈ ਅਤੇ ਜੋਤ ਹੈ ਸੋਏ, ਉਹ ਆਪ ਜੋਤ ਸਰੂਪ ਹੋ ਕੇ ਵਸਿਆ। ਉਹ ਗੁਰੂ ਦੀ ਸਾਖੀ ਜਦੋਂ ਸੁਣੀ, ਪਹਿਲਾਂ ਬਾਹਰੋਂ ਗੁਰਮੁਖਾਂ ਦੀ ਸਾਖੀ ਸੁਣ ਕੇ, ਉਸ ਤੋਂ ਬਾਅਦ ਫਿਰ ਜਦੋਂ ਸਾਡੇ ਸ਼ਬਦ ਦੀ ਕਮਾਈ ਕਰਦੇ ਹਾਂ, ਅਕਥ ਕਥਾ ਨੂੰ ਸੁਣਦੇ ਹਾਂ, ਮਨ ਰੰਗਿਆ ਜਾਂਦਾ ਅੰਦਰੋਂ, ਅਨਾਹਦ ਸਾਖੀ ਚੱਲ ਪੈਂਦੀ ਹੈ। ਉਹ ਸਾਖੀ ਨੂੰ ਸੁਣ ਸੁਣ ਕੇ ਜੋਤ ਪ੍ਰਗਟ ਹੋ ਜਾਂਦੀ। ਉਹ ਇੱਕ ਮਿਹਨਤ ਦਾ ਰਸਤਾ ਹੈ, ਉਹ ਇੱਕ ਸਤਿਗੁਰ ਦੀ ਕਿਰਪਾ ਦਾ ਰਸਤਾ ਹੈ। ਜਿਨ੍ਹਾਂ ਨੂੰ ਪਾਉਂਦਾ ਫਿਰ ਉਹਨਾਂ ਨੂੰ ਉਹ ਬਖਸ਼ਦਾ। ਪਾਉਣ ਤੋਂ ਉੱਪਰ ਉੱਠ ਕੇ ਸਾਨੂੰ ਉਹ ਅਨਾਹਦ ਬਾਣੀ ਸੁਣਨੀ ਪੈਂਦੀ ਹੈ। ਜੇ ਵਿਚਾਰਾਂ ਵਿੱਚ ਤੁਸੀਂ ਅਨਾਹਦ ਬਾਣੀ ਸੁਣੋਗੇ, ਜਿਸ ਤੁਹਾਨੂੰ ਭੇਤ ਨਹੀਂ, ਬਿਨਾਂ ਤਰੀਕੇ ਤੋਂ ਅਨਾਹਦ ਬਾਣੀ ਸੁਣੋਗੇ, ਫਿਰ ਉਹ ਸਾਡਾ ਮਨ ਸੁਣ ਨਹੀਂ ਸਕਦਾ, ਸਾਡੇ ਸਰੀਰ 'ਤੇ ਲੋਡ ਆਉਣਾ ਸ਼ੁਰੂ ਹੋ ਜਾਂਦਾ। ਉੱਥੇ ਅਨਾਹਦ ਬਾਣੀ ਦਾ ਜਾਂ ਸਹਿਜ ਦਾ ਕਸੂਰ ਨਹੀਂ, ਸਾਡਾ ਕਸੂਰ ਆ, ਸਾਨੂੰ ਸੁਣਨ ਦਾ ਤਰੀਕਾ ਨਹੀਂ। ਤਾਂ ਸਰੀਰ ਭਾਰਾ ਹੁੰਦਾ, ਤਾਂ ਨਹੀਂ ਆਨੰਦ ਬਣਦਾ, ਤਾਂ ਹੀ ਨਹੀਂ ਅੰਮ੍ਰਿਤ ਆਉਂਦਾ ਉਹਦੇ ਵਿੱਚੋਂ। ਫਿਰ ਸਾਨੂੰ ਗੁਰਮੁਖਾਂ ਨੇ ਜਦੋਂ ਭੇਜ ਦੇ ਦਿੱਤਾ ਨਿਜ ਸਰੂਪ ਦਾ, ਫਿਰ ਜਦੋਂ ਵੱਡੇ ਭਾਗਾਂ ਵਾਲੇ ਜੀਵ ਹੁੰਦੇ ਆ ਜਿਹੜੇ ਅੰਮ੍ਰਿਤ ਰਸ ਨਾਲ ਗੁਰਮੰਤਰ ਦਾ ਅਭਿਆਸ ਇੰਨਾ ਹੋ ਜਾਂਦਾ ਕਿ ਰੋਮ ਰੋਮ ਦੇ ਵਿੱਚ ਸ਼ਬਦ ਵਸ ਜਾਂਦਾ, ਅਤੇ ਰੋਮ ਰੋਮ ਸਾਡਾ ਵੈਰਾਗੀ ਹੋਇਆ ਇੰਤਜ਼ਾਰ ਜਦੋਂ ਮਾਲਕ ਦਾ ਕਰਦਾ ਹੈ। ਅਤੇ ਇਹਨਾਂ ਨੇਤਰਾਂ ਦੀ ਜੋਤ ਜਿਹੜੀ ਆ ਉਹ ਅੰਤਰਗਤ ਸਹਿਜ ਸੁਨ ਅਤੇ ਘਾਟ 'ਤੇ ਬਰਾਬਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਸਹਿਜ ਸਬਾਏ ਸਾਨੂੰ ਦਰਸ਼ਨ ਦਿੰਦੇ। ਕਾਲ ਨੂੰ ਆਦੇਸ਼ ਹੋ ਜਾਂਦਾ ਭਵਜਲ ਬੰਦ ਕਰ ਦੇ, ਅਤੇ ਕਾਲ ਰਾਜਸ ਤਾਮਸ ਸਤਕਾਲ ਸਮਾਵੈ। ਰਾਜਸ ਰਜੋਗੁਣ, ਤਮੋਗੁਣ ਅਤੇ ਸਤੋਗੁਣ ਇਹ ਕਾਲ 'ਚ ਸਮਾ ਜਾਂਦਾ। ਅਤੇ ਜਿਹੜਾ ਸੂਰਜ ਹੈ, ਸਸੀਰ ਕੇ ਘਰ ਸੂਰ ਸਮਾਵੈ। ਸਸੀਰ ਜਿਹੜਾ ਹੈਗਾ ਆ ਸੂਰਜ ਆ, ਉਹ ਚੰਦਰਮਾ ਦੇ ਘਰ ਸਮਾ ਜਾਂਦਾ। ਰਜੋ ਤਮੋ ਸਤੋਗੁਣ ਕਾਲ ਆਪ ਦੇ ਵਿੱਚ ਸਮੇਟ ਲੈਂਦਾ, ਅਤੇ ਦਰ ਖੁੱਲ੍ਹ ਜਾਂਦਾ, ਉੱਥੋਂ ਪ੍ਰਕਾਸ਼ ਹੋ ਜਾਂਦਾ।
ਚੰਦ ਸੂਰਜ ਦਾ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਨੂੰ। ਕਿਹਨਾਂ ਨੂੰ ਹੁੰਦਾ? ਖੁਸ਼ ਹੁੰਦਾ ਜਿਨ੍ਹਾਂ 'ਤੇ, ਉਹਨਾਂ ਨੂੰ ਹੁੰਦਾ। ਕਿਹੜੇ ਜੀਵਾਂ ਨੂੰ ਉੱਥੇ ਇਸ ਤਰ੍ਹਾਂ ਮਿਹਨਤ ਦੁਆਰਾ ਦਿੰਦਾ? ਜਿਨ੍ਹਾਂ 'ਤੇ ਬੜਾ ਖੁਸ਼ ਹੁੰਦਾ। ਅਤੇ ਫਿਰ ਉਹਨਾਂ ਨੂੰ ਆਪ ਭੇਤ ਦੇ ਕੇ ਫਿਰ ਉਹ ਜਦੋਂ ਨਿਜ ਸਰੂਪ ਦੀ ਪਛਾਣ ਕਰਕੇ ਅਤੇ ਫਿਰ ਉਹਨਾਂ ਦਾ ਧਿਆਨ ਉਹਦੇ 'ਤੇ ਹੋ ਗਿਆ। ਜਿਵੇਂ ਉਹ ਪ੍ਰਕਾਸ਼ ਫਿਰ ਜਿਹੜੀ ਨਿਸ਼ਾਨੀ ਹੈ, ਜਦੋਂ ਅਸੀਂ ਨੇਤਰ ਬੰਦ ਨੇ ਅੰਤਰਗਤ ਜਿਹਦੇ ਅਸੀਂ ਦਰਸ਼ਨ ਕੀਤੇ ਨੇ, ਉਹੀ ਜਦੋਂ ਅਸੀਂ ਨੇਤਰ ਖੋਲ੍ਹਾਂਗੇ ਅਤੇ ਸਾਹਮਣੇ ਬ੍ਰਹਿਮੰਡ ਦੇ ਵਿੱਚ ਰਮਿਆ ਹੋਇਆ ਨਜ਼ਰ ਆਏਗਾ, ਸਹਿਜ ਸੁਭਾਏ ਚਾਰੇ ਪਾਸੇ। ਉੱਥੇ ਸਾਨੂੰ ਪ੍ਰਕਾਸ਼ ਹੋ ਗਿਆ। ਜੇ ਸਾਡੀ ਮਰਜ਼ੀ ਹੈ ਵੀ ਚਾਹੇ ਅਸੀਂ ਅੱਖਾਂ ਖੋਲ੍ਹ ਕੇ ਅਤੇ ਬ੍ਰਹਿਮੰਡ 'ਚ ਦਰਸ਼ਨ ਕਰੀ ਜਾਈਏ, ਮਾਇਆ ਵੀ ਵਿਖੀ ਜਾਏਗੀ ਅਤੇ ਬ੍ਰਹਮ ਵੀ ਵਿਖੀ ਜਾਏਗਾ। ਪਰ ਉੱਥੇ ਸਾਡੀਆਂ ਇਹਨਾਂ ਅੱਖਾਂ ਦਾ ਜ਼ੋਰ ਆਉਂਦਾ, ਕਿਉਂਕਿ ਅਸੀਂ ਮਾਇਆ ਨੂੰ ਵੀ ਵੇਖ ਰਹੇ ਹਾਂ ਅਤੇ ਬ੍ਰਹਮ ਨੂੰ ਵੀ ਵੇਖ ਰਹੇ ਹਾਂ। ਕਈ ਵਾਰੀ ਜ਼ਿਆਦਾ ਜੀਵ ਕਹਿੰਦੇ ਵੀ ਲੰਮਾ ਸਮਾਂ ਜ਼ਿਆਦਾ ਅਸੀਂ ਵੇਖਣਾ ਚਾਹੀਏ ਅਤੇ ਅੱਖਾਂ ਥੱਕਦੀਆਂ ਨੇ, ਕਿਉਂਕਿ ਉਹ ਇਹਨਾਂ ਅੱਖਾਂ ਦਾ ਵਿੱਚ ਭਾਗ ਹੁੰਦਾ। ਅਤੇ ਜੇ ਤੁਸੀਂ ਨਹੀਂ ਚਾਹੁੰਦੇ ਵੀ ਅੱਖਾਂ ਨਾ ਥੱਕਣ ਅਤੇ ਅਸੀਂ ਲਗਾਤਾਰ ਦੇਖੀ ਜਾਈਏ, ਅਤੇ ਫਿਰ ਜੇ ਅਸੀਂ ਚਾਹੁੰਦੇ ਹਾਂ ਵੀ ਮਾਇਆ ਤੋਂ ਬਿਨਾਂ ਨਿਰਗੁਣ ਸਰੂਪ ਨੂੰ ਹੀ ਇਕੱਲਾ ਦੇਖੀਏ, ਸਰਗੁਣ ਨੂੰ ਨਾ ਦੇਖੀਏ, ਤਾਂ ਆਹ ਦੁਨਿਆਵੀ ਨੇਤਰ ਬੰਦ ਕਰ ਲਓ ਅਤੇ ਮਨ ਦੀ ਜੋਤ ਇੱਕ ਹੋਈ ਆ। ਅਤੇ ਉਹ ਅੰਤਰਗਤ ਵੀ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਨ ਹੋ। ਅੰਤਰਗਤ ਸਾਰਾ ਪ੍ਰਕਾਸ਼ ਹੀ ਪ੍ਰਕਾਸ਼। ਜਿਵੇਂ ਜਿਵੇਂ ਮਨ ਦੀ ਦ੍ਰਿਸ਼ਟੀ, ਮਨ ਦਾ ਧਿਆਨ ਉੱਪਰ ਉੱਠਦਾ ਜਾਏਗਾ, ਜਿਵੇਂ ਆਪਾਂ ਦਮਾਲਾ ਬੰਨ੍ਹਦੇ ਹਾਂ, ਪੱਗ ਬੰਨ੍ਹਦੇ ਹਾਂ, ਆਹ ਸਿਰ ਦੇ ਉੱਪਰ, ਚੋਟੀ ਦੇ ਉੱਪਰ ਸਾਰਾ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਜਾਂਦਾ। ਕਈ ਵਾਰੀ ਜੀਵ ਕੋਸ਼ਿਸ਼ ਕਰਦੇ ਆ ਵੀ ਸੁਣਿਆ ਜੀ ਉੱਪਰ ਪ੍ਰਕਾਸ਼, ਉਹ ਅੱਖਾਂ ਨੂੰ ਪਲਟਾ ਕੇ, ਅੱਖਾਂ ਨੂੰ ਉੱਪਰ ਚੜ੍ਹਾ ਕੇ, ਆਈਬਰੋ ਉੱਪਰ ਚੜ੍ਹਾ ਕੇ ਉਹ ਖੋਜਣ ਦੀ ਕੋਸ਼ਿਸ਼ ਕਰਦੇ ਆ। ਉਹ ਇਸ ਤਰ੍ਹਾਂ ਨਹੀਂ। ਤਾਂ ਹੀ ਕਹੀਦਾ ਪਹਿਲੋਂ ਪ੍ਰੈਕਟਿਸ ਜ਼ਰੂਰੀ ਹੈ, ਗੁਰਮੰਤਰ ਦਾ ਸ਼ਬਦ ਦਾ ਅਭਿਆਸ ਜ਼ਰੂਰੀ ਹੈ, ਮਿਲਾਪ ਜ਼ਰੂਰੀ ਹੈ ਸੰਗਤ ਦੇ ਵਿੱਚ ਸਾਡਾ, ਫਿਰ ਤਾਂ ਹੀ ਪ੍ਰੈਕਟੀਕਲ ਬਣਦਾ। ਸ਼ਬਦ ਦਾ ਅਭਿਆਸ ਹੋ ਗਿਆ, ਫਿਰ ਉਹ ਇਕੱਲਾ ਧਿਆਨ ਹੀ ਜਿਵੇਂ ਉੱਪਰ ਜਾਂਦਾ। ਜਿਵੇਂ ਰਾਤ ਨੂੰ ਅਸੀਂ ਸੌਂ ਜਾਂਦੇ ਹਾਂ, ਅੱਖਾਂ ਰਿਲੈਕਸ ਹੁੰਦੀਆਂ, ਕੰਨ ਰਿਲੈਕਸ ਹੁੰਦੇ ਆ, ਸਾਡਾ ਮਨ ਇਹਨਾਂ ਵਿੱਚੋਂ ਨਿਕਲ ਕੇ ਆਪਦੇ ਘਰ ਚਲਾ ਜਾਂਦਾ। ਸਾਨੂੰ ਸਾਰੀ ਰਾਤ ਨਾਲੇ ਬੋਡੀ ਰਿਲੈਕਸ ਹੋ ਜਾਂਦੀ ਹੈ, ਨਾਲੇ ਅਸੀਂ ਅੰਤਰਗਤ ਹੀ ਸਹਿਜ ਵਿੱਚ ਚਲੇ ਜਾਂਦੇ ਹਾਂ। ਇਸੇ ਤਰੀਕੇ ਜਦੋਂ ਅਸੀਂ ਆਪ ਮੁਹਾਰੇ ਵੀ ਧਿਆਨ ਲਾਉਣਾ ਹੈ ਆਪਦੇ ਨਾਲ, ਉਦੋਂ ਵੀ ਬੋਡੀ ਰਿਲੈਕਸ ਹੋ ਜਾਏਗੀ ਅਤੇ ਅੰਤਰਗਤ ਧਿਆਨ ਸਾਡਾ ਚੱਲ ਜਾਏਗਾ ਉੱਪਰ ਪ੍ਰਕਾਸ਼। ਉੱਥੇ ਫਿਰ ਇਹ ਦੁਨਿਆਵੀ ਗਿਆਨ ਇੰਦਰੀਆਂ ਕੰਮ ਨਹੀਂ ਕਰਨਗੀਆਂ, ਇੱਧਰ ਦੇ ਮੁਤਾਬਕ ਫੁਰਨਾ ਜਾਂ ਵਿਚਾਰ ਨਹੀਂ। ਉੱਥੇ ਨਰ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਤੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਫਿਰ ਸ਼ਬਦ ਦੀ ਜਿਹੜੀ ਅੰਤਰਗਤ ਅਨਾਹਦ ਬਾਣੀ ਦੀ ਧੁਨ ਹੈ, ਉਹਦੇ ਵਿੱਚ ਧਿਆਨ ਧਰ ਕੇ ਗੁਰਮੁਖ ਅਕਥ ਕਹਾਣੀ ਨੂੰ ਬੁੱਝਦੇ ਆ। ਅਤੇ ਉਹ ਜਿਹੜੀ ਮਨ ਰੂਪੀ, ਸੁਰਤੀ ਰੂਪੀ ਨਾਰ ਜਾਂਦੀ ਹੈ, ਨਾਰ ਵਿੱਚ ਪੁਰਖ ਹੈ ਅਤੇ ਪੁਰਖ 'ਚ ਸਾਰਾ ਪ੍ਰਕਾਸ਼। ਨਰ 'ਚ ਨਾਰ ਹੈ ਅਤੇ ਨਾਰ ਵਿੱਚ ਪੁਰਖ ਹੈ। ਉਹ ਫਿਰ ਉੱਥੇ ਕਿਰਪਾ ਹੁੰਦੀ। ਅਤੇ ਇਸੇ ਤਰੀਕੇ ਜਿਹਨਾਂ ਪ੍ਰੈਕਟੀਕਲ ਕੀਤਾ, ਉਹਨਾਂ ਨਿਜ ਸਰੂਪ ਦਾ ਭੇਦ ਦਿੱਤਾ ਵੀ ਤੁਸੀਂ ਕਿਸੇ ਵੀ ਰੰਗ ਰੂਪ ਦੇ ਵਿੱਚ, ਕਿਸੇ ਵੀ ਆਕਾਰ ਵਿੱਚ ਨਾ ਪਿਆ ਜੇ। ਤੁਸੀਂ ਸ਼ਬਦ ਦੀ ਕਮਾਈ ਗੁਰਮੰਤਰ ਦਾ ਅਭਿਆਸ ਕਰਕੇ ਅਤੇ ਮਨ ਜਿਹੜਾ ਤੁਹਾਡਾ ਧਿਆਨ ਹੈ, ਇਹਨੂੰ ਸਰੀਰ ਤੋਂ ਅਲੱਗ ਕਰਕੇ ਅਤੇ ਉਹ ਦਰ ਦਾ ਭੇਦ ਦੇ ਦਿੱਤਾ ਅਤੇ ਸ਼ਬਦ ਦਾ ਭੇਦ ਦੇ ਦਿੱਤਾ। ਇੱਥੇ ਤੁਸੀਂ ਜਾਓਗੇ। ਜਦੋਂ ਤੁਸੀਂ ਵਿਚਾਰਾਂ ਨੂੰ ਰੋਕ ਕੇ, ਮਨ ਨੂੰ ਵਿਚਾਰਾਂ ਤੋਂ ਅਲੱਗ ਕਰਕੇ ਸ਼ਬਦ ਦੀ ਕਮਾਈ ਦੁਆਰਾ ਤੁਸੀਂ ਦਰ 'ਤੇ ਬੈਠੋਗੇ, ਇੱਥੋਂ ਦਰ ਆਪੇ ਹੀ ਖੁੱਲ੍ਹ ਜਾਏਗਾ। ਜਦੋਂ ਦਰ ਖੁੱਲ੍ਹ ਗਿਆ ਅਤੇ ਅੰਤਰਗਤ ਤੁਸੀਂ ਪ੍ਰਵੇਸ਼ ਹੋ ਜਾਓ। ਅਤੇ ਜਿੰਨੀ ਦੇਰ ਤੱਕ ਵਿਚਾਰ ਨਹੀਂ ਰੋਕਦੇ, ਮਨ ਜੋਧੀ ਕਰੀ ਜਾਂਦਾ ਹੈ, ਸਿਮਰਨੀ ਕਰੀ ਜਾਂਦਾ ਹੈ। ਕਈ ਜੀਵ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਿਮਰਨ ਕਰਕੇ ਮਨ ਨੂੰ ਸਾਫ਼ ਕਰਨਾ ਹੁੰਦਾ ਹੈ। ਉਹ ਬੜੇ ਬੜੇ ਸਾਲ ਹੋ ਜਾਂਦੇ ਇਕੱਲਾ ਸਿਮਰਨ ਹੀ ਕਰੀ ਜਾਂਦੇ ਆ। ਅਤੇ ਉਹਨਾਂ ਨੂੰ ਪ੍ਰੈਕਟੀਕਲ ਕਰਦੇ ਹੋ, ਧਿਆਨ 'ਚ ਬੈਠਦੇ ਹੋ, ਜਾਂ ਗਾਂਹ ਸਿਮਰਨ ਕਰਨ ਤੋਂ ਬਾਅਦ ਮਨ ਦੀ ਸੇਜ ਨੂੰ ਸਾਫ਼ ਕਰਕੇ ਦਰ 'ਤੇ ਬੈਠਣ ਦੀ ਕੋਸ਼ਿਸ਼ ਕਰਦੇ ਹੋ, ਜਾਂ ਨਹੀਂ, ਉਹ ਤਾਂ ਨਹੀਂ ਕਰਦੇ। ਸਾਡੀ ਅਵਸਥਾ ਵੀ ਕੋਈ ਨਹੀਂ ਬਣਦੀ। ਸਿਮਰਨ ਵੀ ਬੜਾ ਕੀਤਾ, ਬਾਣੀ ਵੀ ਬੜੀ ਪੜ੍ਹ ਲਈ, ਬੜੇ ਬੜੇ ਸਾਲ ਹੋ ਗਏ ਸਾਨੂੰ ਚੌਂਕੜੇ ਲੱਗ ਸਿਮਰਨ ਦੀ ਅਵਸਥਾ ਨਹੀਂ ਬਣਦੀ, ਕਿਉਂਕਿ ਇਕੱਲਾ ਸਿਮਰਨ ਤੱਕ ਹੈ। ਅਤੇ ਜਦੋਂ ਸੇਜ ਸਾਫ਼ ਹੋ ਗਈ, ਉਸ ਤੋਂ ਬਾਅਦ ਮਨ ਦੀ ਜਿਹੜੀ ਆ ਵਿਚਾਰ ਰੁਕ ਗਏ, ਪੰਜਾਂ ਤੋਂ ਸਿਮਰਨ ਕਰਕੇ ਪੰਜਾਂ ਤੋਂ ਰਹਿਤ ਹੋ ਗਿਆ, ਅਤੇ ਉਸ ਤੋਂ ਬਾਅਦ ਉਹਨੂੰ ਘਰ ਦੇ ਵਿੱਚ ਬਿਠਾਓ, ਦਰ ਦੇ ਉੱਪਰ ਬਿਠਾਓ। ਦਰ ਤੋਂ ਫਿਰ ਮਹਾਰਾਜ ਕਿਰਪਾ ਕਰਕੇ ਘਰ ਦੇ ਵਿੱਚ ਲੈ ਕੇ ਜਾਂਦੇ।
ਇਹ ਕਾਲ ਹੋਣ ਨਹੀਂ ਦਿੰਦਾ ਸਾਰਾ ਕੁਛ। ਕਾਲ ਉਲਝਾ ਲੈਂਦਾ ਹੈ। ਕਾਲ ਇਸੇ ਕਰਕੇ ਧੜੇ ਬਣਾਉਂਦਾ ਹੈ। ਕਾਲ ਇਸੇ ਕਰਕੇ ਕੂੜ ਕਥਾਵਾਂ, ਕਾਲ ਇਸੇ ਕਰਕੇ ਹੀ ਅਨਾੜੀ ਅਸੰਤ ਪੈਦਾ ਕਰਦਾ ਹੈ ਕਿ ਸਿੱਧਾ ਜਿਹੜਾ ਰਸਤਾ ਹੈ ਇਹ ਕਿਸੇ ਨੂੰ ਮਿਲੇ ਹੀ ਨਾ। ਇੰਨਾ ਉਲਝਾ ਦਿਆਂ, ਇੰਨਾ ਧੜੇ ਬਣਾ ਦਿਆਂ ਸਮਾਜ ਵਿੱਚ, ਰਾਜਨੀਤਿਕ ਤੌਰ 'ਤੇ ਇੱਕ ਆਪਦੇ ਅਨਾੜੀਆਂ ਨੂੰ ਵਾੜ ਕੇ ਇੰਨੀ ਦੁਬਿਧਾ ਕਰਾ ਦਿਆ ਵੀ ਕਿਸੇ ਨੂੰ ਸਿੱਧਾ ਪਤਾ ਹੀ ਨਹੀਂ ਲੱਗੇ ਵੀ ਰਸਤਾ ਕੀ। ਜਦੋਂ ਪਹਿਲੋਂ ਵੀ ਪ੍ਰਚਾਰ ਸ਼ੁਰੂ ਹੋਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆ ਕੇ ਕੀਤਾ, ਦੂਜੇ ਪਾਤਸ਼ਾਹ ਕੀਤਾ, ਇਹਨੇ ਨਾਲ ਧੜੇ ਉਸੇ ਸਿਮਿਲਰ ਹੀ, ਉਸੇ ਹੀ ਕਥਾ ਦੇ, ਉਸੇ ਹੀ ਪ੍ਰਚਾਰ ਦੇ, ਉਸੇ ਹੀ ਬਹਿਰੂਪੀਏ ਪੈਦਾ ਕਰ ਦਿੱਤੇ ਵੀ ਉਹਨਾਂ ਨੇ ਵੀ ਉਦੋਂ ਫਰਸਟ੍ਰੇਸ਼ਨ ਇੰਨੀ ਪੈਦਾ ਕਰ ਦਿੱਤੀ ਕਿ ਪ੍ਰਚਾਰ ਸਿੱਧਾ ਸਿੱਧਾ ਹੋ ਨਹੀਂ ਸਕਿਆ। ਗੁਰੂ ਸਾਹਿਬ ਨੂੰ ਹਰਿਮੰਦਰ ਸਾਹਿਬ ਛੱਡਣਾ ਪੈ ਗਿਆ, ਅਨੰਦਪੁਰ ਸਾਹਿਬ ਛੱਡਣਾ ਪੈ ਗਿਆ, ਅਤੇ ਅਖੀਰ ਤੁਸੀਂ ਦੇਖਦੇ ਹਾਂ ਕਿ ਹਜ਼ੂਰ ਸਾਹਿਬ ਵੀ ਉਹਨਾਂ ਨੇ ਚਾਲੇ ਪਾ ਦਿੱਤੇ। ਇੱਕ ਪੁਆਇੰਟ 'ਤੇ ਰਹਿ ਕੇ ਪ੍ਰਚਾਰ ਕਰ ਨਹੀਂ ਦਿੰਦਾ। ਇੰਨੀ ਅਗਿਆਨਤਾ ਦੇ ਵਿੱਚ ਮਨਮੁਖ ਪੈਦਾ ਹੋ ਜਾਂਦੇ ਕਿ ਹਰਿਮੰਦਰ ਸਾਹਿਬ ਉਸ ਸਮੇਂ ਸਿੱਖੀ ਦਾ ਧੁਰਾ ਬਣ ਗਿਆ ਸੀ, ਹੱਬ ਬਣ ਗਿਆ ਸੀਗਾ ਪ੍ਰਚਾਰ ਦਾ। ਉੱਥੋਂ ਵੇਖੋ ਇਹਨੇ ਕਿਵੇਂ ਸਾਜ਼ਿਸ਼ ਦੇ ਨਾਲ ਉਹਨਾਂ ਦਾ ਮਨਮੁਖਾਂ ਦਾ ਕਬਜ਼ਾ ਕਰਾ ਕੇ ਅਤੇ ਗੁਰੂ ਸਾਹਿਬ ਨੂੰ ਉੱਥੋਂ ਜਾਣ ਤੋਂ ਮਜਬੂਰ ਕਰਤਾ। ਇਹ ਅੱਜ ਦੀ ਨਹੀਂ, ਇਹ ਧੁਰ ਤੋਂ ਹੀ ਜਦੋਂ ਕ੍ਰਿਸ਼ਨ ਜੀ ਮਹਾਰਾਜ, ਰਾਮ ਜੀ ਹੁਣਾਂ ਨੇ ਆ ਕੇ ਵੀ ਜਦੋਂ ਵੀ ਵਿਸ਼ਨ ਜੀ ਹੁਣਾਂ ਨੇ ਜਦੋਂ ਵੀ ਪ੍ਰਚਾਰ ਸ਼ੁਰੂ ਹੋਇਆ, ਚਾਹੇ ਦੇਵਤਿਆਂ ਨੇ ਆ ਕੇ ਜਿੰਨੀ ਕੁ ਉਹਨਾਂ ਨੂੰ ਸਮਝ ਸੀ ਉਹਨਾਂ ਨੇ ਪ੍ਰਚਾਰ ਕੀਤਾ, ਬਰਾਬਰ ਦੇ ਉੱਪਰ ਹੀ ਆਪੋਜੀਸ਼ਨ ਇਹਨੇ ਖੜੀ ਕਰਕੇ ਅਤੇ ਉਸ ਚੀਜ਼ ਨੂੰ ਇੰਨਾ ਡਿਸਟਰਬ ਕੀਤਾ ਕਿ ਸਿੱਧੀ ਲਹਿਰ ਚੱਲਣ ਹੀ ਨਹੀਂ ਦਿੰਦਾ। ਅਤੇ ਹੁਣ ਵੀ ਅੱਜ ਵੀ ਜੇਕਰ ਬ੍ਰਹਮ ਵਿਦਿਆ ਦਾ ਪ੍ਰਚਾਰ ਚੱਲਦਾ ਹੈ, ਉਹਦੇ ਵਿੱਚ ਵੀ ਇੰਨੇ ਧੜੇ, ਇੰਨੇ ਅਗਿਆਨੀ ਵਿੱਚ ਵਾੜ ਦਿੱਤੇ ਆਏ ਨੇ ਵੀ ਉਹ ਸੰਗਤ ਦੇ ਮਨ ਦੇ ਵਿੱਚ ਦੁਚੇਤੀ ਪਾ ਦਿੰਦੇ ਆ। ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਬਹੁਤੇ ਜੀਵ ਤਾਂ ਇਸ ਚੀਜ਼ ਨੂੰ ਛੱਡ ਕੇ, ਗੁਰੂ ਮੰਤਰ ਨੂੰ ਵੀ ਛੱਡ ਕੇ, ਗੁਰਬਾਣੀ ਛੱਡ ਕੇ ਫਿਰ ਧਾਤ ਦੇ ਰਸਤੇ 'ਤੇ ਚੱਲ ਪੈਂਦੇ ਆ। ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ। ਬਹੁਤੇ ਇਕੱਲਾ ਸ਼ਬਦ ਨਾਲ ਹੀ, ਇਕੱਲੀ ਗੁਰੂ ਮੰਤਰ ਦੀ ਭਗਤੀ ਕਰੀ ਜਾਂਦੇ ਆ ਅਤੇ ਇੱਕ ਦੂਜੇ ਨੂੰ ਨਿੰਦ ਕੇ, ਇੱਕ ਦੂਜੇ ਦੇ ਧੜੇ ਬਣਾ ਕੇ, ਇਹਦੇ ਵਿੱਚ ਨਿੰਦਣ ਵਾਲੇ ਦਾ ਕੁਛ ਨਹੀਂ ਜਾਂਦਾ। ਪਰ ਜੋ ਨਿਰਮਲ ਮਨ ਹੋ ਕੇ ਉਹਨਾਂ ਦੇ ਪਿੱਛੇ ਸੁਣਦੇ ਆ ਜਾਂ ਲੱਗੇ ਹੁੰਦੇ ਆ, ਉਹਨਾਂ ਦੇ ਮਨ 'ਤੇ ਸੱਟ ਵੱਜਦੀ, ਉਹਨਾਂ ਦਾ ਬੜਾ ਨੁਕਸਾਨ ਹੋ ਜਾਂਦਾ। ਨਿੰਦਣ ਵਾਲੇ ਦੇ ਤਾਂ ਮੁੱਖ 'ਤੇ ਕਾਲ ਬਹਿ ਗਿਆ, ਦੁਬਿਧਾ ਬੈਠ ਗਈ, ਉਹਨੇ ਤਾਂ ਬਚਨ ਕਰ ਹੀ ਦੇਣਾ। ਪਰ ਜਿਹੜੇ ਪਿਛਲੇ ਸੁਣਦੇ ਪਏ ਨੇ, ਉਹਨਾਂ ਦਾ ਨੁਕਸਾਨ ਬੜਾ ਹੁੰਦਾ, ਮਨ ਟੁੱਟ ਜਾਂਦਾ। ਇਸ ਕਰਕੇ ਅਨਾੜੀ ਅਸੰਤਾਂ ਤੋਂ ਬਚਣ ਦੇ ਲਈ ਆਪ ਗੁਰਬਾਣੀ ਗੁਰੂ ਵਿਚਾਰੀਏ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਿਹਨੂੰ ਵੀ ਭੇਤ ਹੈਗਾ ਹੋਵੇ ਦੁਬਿਧਾ ਤੋਂ ਉੱਪਰ, ਅਤੇ ਉਹ ਸਾਨੂੰ ਆ ਕੇ ਲਾਹਾ ਦੇਵੇ, ਅਸੀਂ ਉਹਦੇ ਤੋਂ ਲਾਹਾ ਲੈਣ ਲਈ ਤਿਆਰ ਹਾਂ। ਮਹਾਰਾਜ ਦਾ ਕੀ ਸ਼ਬਦ ਆਉਂਦਾ ਹੈ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇ ਮਲਾਏ। ਜੋ ਵੀ ਗੁਰ ਸਿੱਖ ਸਾਨੂੰ ਵਿਖੇ ਅਤੇ ਗੁਰੂ ਦੀ ਬਾਤ ਸੁਣਾਵੇ, ਸ਼ਬਦ ਨਾਮ ਦੇ ਨਾਲ ਜੋੜੇ, ਅਸੀਂ ਉਹਦੇ ਪਾਏ ਲੱਗਦੇ ਹਾਂ। ਅਤੇ ਬਿਰਥਾ ਦੱਸ ਕੇ ਸਾਨੂੰ ਭਾਈ ਉਸ ਮਾਲਕ ਨਾਲ ਜੋੜੋ। ਮਹਾਰਾਜ ਨੇ ਕਿਸੇ ਨੂੰ ਖਿਤਾਬ ਨਹੀਂ ਦਿੱਤਾ ਜਾਂ ਕਿਸੇ ਸਪੈਸ਼ਲ ਤਬਕੇ ਨੂੰ ਨਹੀਂ ਕਿਹਾ। ਮਹਾਰਾਜ ਨੇ ਕਿਹਾ ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੂੰ ਬਕੂ ਸਬਰਸ ਨਾ ਦੀਜੈ ਪ੍ਰਾਨ ਕੋ। ਕੋਈ ਵੀ ਜਨ ਹੋਵੇ, ਕੋਈ ਜਨ ਹੋਵੇ, ਕੋਈ ਆਵੇ। ਮਹਾਰਾਜ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੇ ਆ ਬਚਾਵੀਂ। ਵੀ ਇੰਨਾ ਵਿਰਾਗ ਹੋ ਗਿਆ ਵੀ ਭਾਈ ਕੋਈ ਵੀ ਗੁਰਮੁਖ ਹੋਵੇ ਸਾਨੂੰ ਲਾਹਾ ਦੇਵੇ। ਅਤੇ ਜਦੋਂ ਇਹ ਇੱਕ ਬਿਰਤੀ ਬਣ ਜਾਂਦੀ ਹੈ ਸਿਰਫ ਲਾਹੇ ਤੱਕ, ਸ਼ਬਦ ਤੱਕ, ਫਿਰ ਇੱਕ ਲਹਿਰ ਚੱਲਦੀ ਹੈ ਪਿਆਰ ਦੀ। ਉਹਦੇ ਵਿੱਚ ਬਹੁਤੇ ਜੀਵ ਅਭਿਆਸੀ ਜਿਹੜੇ ਨਾਮ ਦੇ ਰਸੀ ਨੇ ਲਾਹਾ ਲੈਂਦੇ ਨੇ। ਅਤੇ ਇਹ ਕਾਲ ਦੇਖਦਾ ਫਿਰ ਇਹ ਦੁਬਿਧਾ, ਕਿਉਂਕਿ ਗੁਰਮੁਖ ਤਾਂ ਦੁਬਿਧਾ ਕਰਦੇ ਨਹੀਂ, ਅਤੇ ਇਹ ਉਸ ਲਾਹੇ ਨੂੰ ਤੋੜਨ ਦੇ ਲਈ ਫਿਰ ਆਪ ਦੇ ਪੰਜਾਂ ਦੇ ਰਾਹੀਂ ਤਿਆਰ ਕੀਤੇ ਹੋਏ ਮਨਮੁਖਾਂ ਨੂੰ ਐਸੇ ਬਚਨ ਉਹਨਾਂ ਤੋਂ ਕਰਾਉਂਦਾ ਹੈ ਕਿ ਨਿਰਮਲ ਮਨ ਜਿਹੜਾ ਹੁੰਦਾ ਹੈ, ਹੁਣ ਜਿਵੇਂ ਆਪਾਂ ਦੇਖਦੇ ਹਾਂ ਜਿਹੜੀ ਨਿਰਮਲ ਚੀਜ਼ ਆ, ਸੋਨਾ ਇੱਕ ਕਿੰਨਾ ਪਿਓਰ ਹੁੰਦਾ ਹੈ, ਕਿੰਨਾ ਮਹਿੰਗਾ ਹੈ, ਅਤੇ ਉਹਨੂੰ ਮਾੜਾ ਜਿਹਾ ਵੀ ਕੋਈ ਮਰੋੜ ਦੇ ਟੁੱਟ ਜਾਂਦਾ। ਅਤੇ ਜੰਗ ਲੱਗਾ ਲੋਹਾ ਭਾਵੇਂ ਪੱਲੇ ਕੁੱਖ ਨਾ ਹੋਵੇ ਅਤੇ ਟੁੱਟਦਾ ਨਹੀਂ ਗਾ ਛੇਤੀ ਕਰਕੇ। ਇਸੇ ਤਰੀਕੇ ਗੁਰਮੁਖ ਨਿਰਮਲ ਹੁੰਦੇ ਆ, ਕਿਤੇ ਮਾੜਾ ਮੋਟਾ ਬਚਨ ਅਗਨ ਦਾ ਸੁਣ ਲਿਆ ਅਤੇ ਮਨ ਉੱਥੇ ਠਹਿਰ ਜਾਂਦਾ। ਇਸ ਕਰਕੇ ਬਚਾਅ ਰੱਖਣਾ। ਤੁਸੀਂ ਗਿਆਨ ਦੇ ਵਿੱਚ ਇੰਨਾ ਵਾਧਾ ਕਰੋ, ਸ਼ਬਦ ਦਾ ਅਭਿਆਸ ਇੰਨਾ ਕਰੋ, ਅਤੇ ਜੇ ਕੋਈ ਅਗਿਆਨੀ ਐਸੇ ਜਿਹਦੇ ਬਚਨ ਸੁਣ ਕੇ ਇੱਕ ਸੌਖਾ ਜਿਹਾ ਤਰੀਕਾ ਮਨ 'ਚ ਸਾੜ ਪੈਦਾ ਹੋਵੇ, ਦੁਬਿਧਾ ਪੈਦਾ ਹੋਵੇ, ਉਹਦੇ ਤੋਂ ਪਾਸਾ ਵੱਟੋ। ਕਿਉਂਕਿ ਉਹ ਡੁੱਬਿਆ ਹੋਇਆ, ਉਹ ਬਗਲਾ ਹੈ,
ਉਹ ਕਿਸੇ ਨਾ ਕਿਸੇ ਸੱਚ ਦੀ ਬਜਾਏ ਕਿਸੇ ਨਾ ਕਿਸੇ ਹੋਰ ਦਿਸ਼ਾ 'ਚ ਲੈ ਜਾਏਗਾ। ਅਤੇ ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਿੱਤੀ ਸੀ ਵੀ ਇਹਨਾਂ ਨੇ ਤਾਂ ਦੇਖੋ ਕਿਸੇ ਦੀ ਦੁਬਦਾ ਕਰਨੀ ਨਹੀਂ, ਇਹ ਤਾਂ ਸਰਬ ਸਾਂਝੀ ਵਾਲਤਾ ਦੇ ਨੇ। ਇਹ ਬਾਣੀ ਪੜ੍ਹਨੀ ਨਾਲ ਨਾਲ ਬੜੀ ਜ਼ਰੂਰੀ ਹੈ। ਫਿਰ ਪਤਾ ਲੱਗ ਜਾਂਦਾ ਵੀ ਇਹ ਕੀ ਖੇਲ ਹੈ ਕੀ ਨਹੀਂ। ਜਿਵੇਂ ਜਿਵੇਂ ਬਾਣੀ ਨਾਲ ਪੜ੍ਹੀ ਜਾਂਦੇ ਹਾਂ ਉਵੇਂ ਉਵੇਂ ਮਨ ਨਿਰਮਲ ਹੋਈ ਜਾਂਦਾ, ਗੁਰਮੁਖਾਂ ਦੇ ਪ੍ਰਤੀ ਪਿਆਰ ਬਣੀ ਜਾਂਦਾ, ਸੱਚ ਦੇ ਪ੍ਰਤੀ ਪਿਆਰ ਬਣੀ ਜਾਂਦਾ। ਨਹੀਂ ਤਾਂ ਕਾਲ ਨੇ ਆਏ ਦਿਨ ਕੋਈ ਨਾ ਕੋਈ ਇਹਨੇ ਨਵਾਂ ਗੋਲਾ ਜਿਹੜਾ ਹੈਗਾ ਵਿਚਾਰਾਂ ਦਾ ਦੁਬਦਾ ਦਾ ਇਹ ਛੱਡਦੇ ਹੀ ਰਹਿਣਾ, ਘੇਰਾ ਟਾਈਟ ਕਰਦੇ ਜਾਣਾ। ਹੁਣ ਵੀ ਇਹਨੇ ਬਿਮਾਰੀ ਦਾ ਨਾਮ ਲੈ ਕੇ ਕਿੰਨਾ ਘੇਰਾ ਟਾਈਟ ਕਰਤਾ ਹੈ। ਗੁਰਦੁਆਰੇ ਮੰਦਰ ਮਸਜਿਦਾਂ ਸਾਧ ਸੰਗਤ ਸਭ ਬੰਦ ਕਰਵਾ ਕੇ ਅਤੇ ਨਸ਼ੇ ਦੀਆਂ ਦੁਕਾਨਾਂ, ਦੁਨਿਆਵੀ ਜਿਹੜੀਆਂ ਦੁਕਾਨਾਂ ਨੇ ਉਹ ਖੋਲ੍ਹ ਦਿੱਤੀਆਂ ਆ ਅਤੇ ਭਗਤੀ ਭਾਵ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰੀਕੇ ਦਿਨੋਂ ਦਿਨ ਕਾਲ ਘੇਰਾ ਟਾਈਟ ਕਰਦਾ। ਤੁਸੀਂ ਆਪ ਦਾ ਸ਼ਬਦ ਦਾ ਅਭਿਆਸ ਨਾ ਛੱਡੋ। ਜੇ ਤੁਸੀਂ ਜਿਸ ਦਿਨ ਤੁਸੀਂ ਗੁਰਮੰਤਰ ਤੋਂ ਟੁੱਟ ਗਏ, ਜਿਸ ਦਿਨ ਤੁਸੀਂ ਬਾਣੀ ਤੋਂ ਟੁੱਟ ਗਏ, ਅਤੇ ਫਿਰ ਨਹੀਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ, ਕੋਈ ਵੀ ਨਹੀਂ ਬਚਾ ਸਕਦਾ। ਕਿਰਪਾ ਤੁਸੀਂ ਆਪ ਦੇ ਉੱਪਰ ਆਪ ਕਰਨੀ ਆ। ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ। ਖਲਾਸੀ ਤੁਹਾਡੇ ਬੰਦ ਦੀ ਮਨ ਦੀ ਭਾਣੇ 'ਚ ਜਾ ਕੇ ਹੋਣੀ ਹੈ। ਅਤੇ ਉਹ ਕੀ ਕਹਿੰਦੇ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗੇ ਢਹਿ ਪਾਓ ਸਭ ਕਿਛ ਜਾਣੇ ਜਾਣ। ਗੁਰ ਮੰਤਰ ਦ੍ਰਿੜਾਏ ਹਰ ਰਸਕ ਰਸਾਏ। ਗੁਰੂ ਦੇ ਮੰਤਰ ਨੂੰ ਜਦੋਂ ਦ੍ਰਿੜ ਕਰੋਗੇ ਅਤੇ ਰਸਨਾ ਦੇ ਉੱਪਰ ਰਸ ਆਊਗਾ। ਇਹੜਾ ਤੇੜਾ ਉਹਨੂੰ ਛੱਡੋ ਕਿਤੇ। ਸੋ ਇਸੇ ਤਰੀਕੇ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ 'ਤੇ। ਸੋ ਜੋ ਫਿਰ ਆਪਾਂ ਨੂੰ ਭੇਤ ਦਿੱਤਾ ਹੈ, ਜਿਸ ਤਰੀਕੇ ਜਿੱਥੇ ਜਾ ਕੇ ਉਹਨੇ ਸਰੂਪ ਪੈਦਾ ਹੁੰਦਾ ਹੈ, ਉਹਦੇ ਲਈ ਆਪਾਂ ਮਿਹਨਤ ਕਰਨੀ ਹੈ। ਤੁਰਦਿਆਂ ਫਿਰਦਿਆਂ ਗੁਰਮੰਤਰ ਦਾ ਅਭਿਆਸ ਕਰੀ ਜਾਣਾ। ਅਤੇ ਜਿਹੜੇ ਗੁਰਮੁਖਾਂ ਦੇ ਅੰਦਰ ਅਨਹਦ ਸ਼ਬਦ ਪੈਦਾ ਨੇ ਉਹ ਫਿਰ ਸ਼ਬਦ ਗੁਰਮੰਤਰ ਦਾ ਅਭਿਆਸ ਕਰਕੇ ਵਿਚਾਰਾਂ ਨੂੰ ਰੋਕ ਕੇ ਅਤੇ ਸਹਿਜ ਸੁਣ ਦੇ ਘਾਟ 'ਤੇ ਜਾ ਕੇ ਆਸਣ ਲਗਾ ਕੇ, ਅਤੇ ਜਿਨ੍ਹਾਂ ਨੂੰ ਸੱਚ ਪ੍ਰਤੱਖ ਦਿਖਦਾ ਹੈ, ਪ੍ਰਗਟ ਹੈ, ਅਤੇ ਉਹ ਗੁਰਮੁਖ ਕੋਸ਼ਿਸ਼ ਕਰਨ ਵੱਧੋ ਵੱਧ ਸੱਚ ਦੇ ਸਰੂਪ ਨੂੰ ਦੇਖੀ ਜਾਣਾ, ਦੇਖੀ ਜਾਣਾ। ਜਦੋਂ ਸਰਗੁਣ ਰੂਪ ਦੇ ਵਿੱਚ ਵਿਚਰਦੇ ਹੋ, ਸਰਗੁਣ ਨੂੰ ਦੇਖਦੇ ਨਿਰਗੁਣ ਨੂੰ ਵੀ ਦੇਖੀ ਜਾਣਾ। ਅਤੇ ਜਦੋਂ ਤੁਸੀਂ ਇੱਕ ਚਿੱਤ ਹੁੰਦੇ ਹੋ ਅਤੇ ਇੱਕ ਚਿੱਤ ਹੋ ਕੇ ਸੱਚ ਨੂੰ ਦੇਖੋ। ਦੇਖ ਦੇਖ ਕੇ ਨੇਤਰਾਂ ਨੂੰ, ਕਾਇਆ ਨੂੰ, ਮਨ ਨੂੰ ਰੰਗ ਲਓ, ਅਤੇ ਉੱਥੇ ਫਿਰ ਤੁਹਾਡੇ 'ਤੇ ਸਹਿਜ ਸੁਭਾਏ ਮਹਾਰਾਜ ਕਿਰਪਾ ਕਰਨਗੇ। ਇੰਨੇ ਵਚਨ ਕਰਦੇ ਹਾਂ ਕੋ ਖਰ ਵਾਧਾ ਘਾਟਾ ਹੋਇਆ ਸੰਗਤ ਅਤੇ ਗੁਰੂ ਬਖਸ਼ਣ ਜੋ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।